सास सास जपनीत कहा विसासा देह का बिल्म न करे हो मीत न बारिक न जोबना न बिरदी कछ बंद वो बेरा न बूझिए जो आए पर जम फंद ज्ञानी ध्यानी चतुर पेख रहन नहीं एह ठाए छाड़ छाड़ सगली गई मोड़ तहां लपटाए गुर प्रसाद सिमरत रहे जाहू मस्तक भाग नानक आए सफल ते जं को प्रिय सुहाग ज्ञानी ध्यानी सगल पेख रैन नहीं ये ठाए छाड़ छाड़ सगली गई मोर तहां लपटाए गुर प्रसाद सिमरत रहे जाहो मस्तक भाग नान आए सफल ते जांको प्रिय सुहाग। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। सतगुरां ने ना बचन करके महाराज पंजवें पातशाह ने अखीर में जाके बचन जो किया गुर प्रसाद सिमरत रह जाहू मस्तक भाग। जिन्हों के उपर ना करतार कृपा करता है वो जुड़े ही रहते हैं जुड़ जाते हैं जुड़े ही रहते हैं और उन्होंने आना भी सफल नानक आए सफल ते जं को प्रिय सुहाग। ਜਿਹੜੇ करतार के चरणों नाल शब परमेश्वर उसके चरणों नाल जुड़ गए आना सफल हो गया आए सफल से। अदरवाइज की है नहीं तो की है माए बाप को बेटा निका ससुर चतर जो आई बाल कन्या को बाप प्यारा भाई को अत भाई जिउंदियां रहिंदियां होया ना बंदा सारियां नाल ही ना सांझ ही नहीं रखता सारे पासे पूरा उतरन का यतन करता है। मैं किसी पासे ना अधूरा ना रहा सारे मैनू प्यार कर। माँ बाप समझते हैं बेटा बड़ा चंगा है सौहरा कहता है मेरा पुत्र बड़ा सियाना है मेरा प्राहुणा बड़ा सियाना है। ਧੀਆਂ पुत्र आखते हैं साढ़े बाप वर्गा और कोई है ही नहीं। भरा समझते हैं कि जैसा ये भरा है ना वैसा भी कोई भरा नहीं है। बड़ा ध्यान रखने वाला हर वे पातशाह कहते हैं महाराज गुरु नानक साहब कहते हैं बंदा किन्ना ही ना चारे पासे सारे पासे पूरा उतरन वाला होवे माए बाप को बेटा निका ससुर चतुर जवाई बाल कन्या को बाप प्यारा भाई को अति भाई पर हुक्म भया बाहर कर छोड़िया खिन मैं पई पराई। फिर वो जड़ी है ना संसारक संबंधों के चंगे दे वधिया दे बन के रहन वालियां खूबियां बावजूद इन्हां खूबियां दे भी कुछ भी नहीं महत्व रखता हुक्म पाया बाहर कर छोड़िया। माँ बाप वो भी चेते करते रहते हैं सौहरे भी चेते करते हैं धीआं पुत्र भी रोंदे ने याद करते हैं भरा भी याद करते हैं लेकिन हुक्म होया कहते हैं ये तो है संसारी खेल सारी
ਨਾਮ ਦਾਨ ਇਸ਼ਨਾਨ ਨ ਤਿਤ ਧਨ, ਨਾਮ ਦਾਨ ਇਸ਼ਨਾਨ ਨ ਮਨਮੁਖ ਤਿਤ ਤਨ ਧੂੜ ਤੁਮਾਈ। ਕਹਿੰਦੇ ਨੇ ਜਿਹੜੇ ਨਾ ਮਨੁੱਖ ਜੀਵਨ ਦੇ ਵਿੱਚ ਇੱਧਰ ਉੱਧਰ ਦੀਆਂ ਤਾਂ ਪੂਰੀਆਂ ਕਰਨ ਦਾ ਪੂਰਾ ਯਤਨ ਕਰਨ, ਪਰ ਜਿਸ ਦੇ ਪੂਰੇ ਦੇ ਨਾਲ ਜੁੜਨ ਦੀ ਲੋੜ ਹੈ ਉਧਰ ਨਾ ਜੁੜ ਸਕਣ, ਤਿਤ ਤਨ ਧੂੜ ਧਮਾਈ, ਉਹਨਾਂ ਨੂੰ ਤਾਂ ਮਾਨ ਸਨਮਾਨ ਕਿਤੇ ਨਹੀਂ ਮਿਲਦਾ। ਪਰ ਫਿਰ ਧਿਆਨ ਉੱਥੇ ਰੱਖਣਾ, ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਵ। ਦੇਖੋ ਮੁੜ ਮੁੜ ਕੇ ਨਾ ਮੇਰੇ ਧਿਆਨ ਵਿੱਚ ਇਹ ਗੱਲ ਆ ਰਹੀ ਹੈ, ਭਰਾ ਜੀ ਹੋਰਾਂ ਨੇ, ਸਰਦਾਰ ਹਰਚਰਨ ਸਿੰਘ ਹੋਰਾਂ ਗੁਲਾਟੀ ਦੀ ਵੀ ਦੱਸਿਆ ਰਾਤੀ, ਉਹਨੇ ਇਸ਼ਾਰਾ ਵੀ ਕੀਤਾ ਮਾਨਯੋਗ ਜੀ ਨੇ, ਰੰਗੀਲਾ ਜੀ ਹੋਰਾਂ ਨੇ, ਇਤਨੇ ਸਾਲ ਗੁਰਦੁਆਰਾ ਸਾਹਿਬ ਦੇ ਸਕੱਤਰ ਰਹੇ ਆ। ਸ਼ਾਇਦ ਕਦੀ ਤੁਹਾਡੇ ਨਾਲ ਇਸ ਇਸ਼ੂ ਤੇ ਬੈਠਿਆਂ ਵਿਚਾਰ ਹੋਈ ਹੋਵੇ, ਸਾਂਝ ਪਈ ਹੋਵੇ। ਮੈਂ ਐਸਾ ਪ੍ਰਤੀਤ ਕਰਦਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਆ ਜਾਣਾ ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ, ਬਹੁਤ ਵੱਡੇ ਭਾਗਾਂ ਦੀ, ਬਹੁਤ ਵੱਡੇ ਭਾਗਾਂ ਦੀ। ਇਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਭਾਗਸ਼ੀਲ ਮੰਨਦਾ ਜਿਹੜੇ ਪ੍ਰਚਾਰਕ ਗੁਰੂ ਕੇ ਬਣ ਜਾਂਦੇ ਨੇ, ਗ੍ਰੰਥੀ ਹੋਇਆ, ਕੀਰਤਨੀਆ ਹੋਇਆ, ਕਥਾਵਾਚਕ ਹੋਇਆ, ਕਵੀਸ਼ਰ ਹੋਇਆ, ਢਾਡੀ ਹੋਏ, ਸੇਵਾ ਕਰਨ ਵਾਲੇ ਹੋਏ, ਸਾਰੇ ਪ੍ਰਚਾਰਕ। ਇਹਦੀ ਖੁਸ਼ਕਿਸਮਤ ਹੁੰਦੇ ਨੇ, ਬਹੁਤ ਖੁਸ਼ਕਿਸਮਤ। ਤੁਸੀਂ ਦੇਖਣਾ, ਚਾਹੁਣ ਭਾਵੇਂ ਨਾ ਚਾਹੁਣ ਕਿਸੇ ਵੇਲੇ, ਸਰੀਰ ਔਖਾ ਹੋਵੇ ਸੌਖਾ ਹੋਵੇ, ਹੋਰ ਕੋਈ ਆਵੇ ਭਾਵੇਂ ਨਾ ਆਵੇ, ਇਹਨਾਂ ਨੇ ਤਾਂ ਹੋਣਾ ਹੀ ਹੋਣਾ ਹੈ ਨਾ। ਗ੍ਰੰਥੀ ਸਿੰਘਾਂ ਪ੍ਰਚਾਰਕਾਂ ਦੇ ਕੋਲੋਂ ਵੀ ਅਸੀਂ ਇਹ ਆਸ ਕਰਦੇ ਹਾਂ, ਤੇ ਹੋਰ ਕੋਈ ਸੰਗਤ ਵਿੱਚੋਂ ਆਵੇ ਭਾਵੇਂ ਨਾ ਆਵੇ, ਪਰ ਜਦੋਂ ਕੋਈ ਆਵੇ ਨਾ, ਪ੍ਰਧਾਨ ਇੱਥੇ ਹੀ ਹੋਣਾ ਚਾਹੀਦਾ, ਸਕੱਤਰ ਇੱਥੇ ਹੀ ਹੋਣਾ ਚਾਹੀਦਾ, ਬਾਕੀ ਇੱਥੇ ਹੀ ਹੋਣੇ ਚਾਹੀਦੇ ਨੇ। ਹਰ ਇਹ ਰਿਕੁਆਇਰਮੈਂਟ ਹੁੰਦੀ ਹੈ। ਵਿਚਾਰੇ ਔਖੇ ਭਾਵੇਂ ਹੋਣ, ਪਰ ਆਉਂਦੇ ਹੈਗੇ ਨੇ ਸਾਰੇ। ਤੁਸੀਂ ਕਹੋਗੇ ਖੁਸ਼ਕਿਸਮਤੀ ਵਾਲੀ ਕਿਹੜੀ ਗੱਲ ਹੈ ਕਿ ਪ੍ਰਚਾਰਕ ਸਾਰੇ ਨੇ ਉਹ ਧਨ ਦੇ ਨਾਲ ਜੁੜੇ ਹੋਏ ਨੇ, ਪ੍ਰਬੰਧਕ ਜਿਹੜੇ ਸਾਰੇ ਨੇ ਧਨ ਨਾਲ ਨਹੀਂ ਜੁੜੇ, ਕਿਸੇ ਹੋਰ ਦੇ ਨਾਲ ਜੁੜੇ ਹੋਏ ਨੇ। ਹਾਂਜੀ, ਨਹੀਂ ਤੇ ਝਗੜੇ ਝਾਂਜੇ ਨਾ ਹੋਣ ਕਦੀ ਵੀ। ਖੁਸ਼ਕਿਸਮਤੀ ਕੀ ਹੈ? ਦੇਖਣਾ, ਮੇਰੀ ਦ੍ਰਿਸ਼ਟੀ ਵਿੱਚ ਖੁਸ਼ਕਿਸਮਤੀ ਹੈ ਬਹੁਤ ਵੱਡੀ, ਬਹੁਤ ਵੱਡੀ। ਗੁਰੂ ਸਾਹਿਬ ਦੇ ਕੋਲ ਬੈਠੇ ਹਾਂ, ਗੁਰੂ ਸੰਗਤ ਦੇ ਵਿੱਚ ਬੈਠੇ ਹਾਂ, ਸ਼ਬਦ ਦੀ ਵਿਚਾਰ ਕਰਦਿਆਂ ਹੋਇਆ, ਸ਼ਬਦ ਸੁਣਦਿਆਂ ਹੋਇਆ, ਸੁਰਤੀ ਜੁੜਦੀ ਨਹੀਂ, ਕਦੀ ਕਦੀ ਵੀ ਨਹੀਂ ਜੁੜਦੀ। ਮੈਂ ਤਾਂ ਪ੍ਰਤੀਤ ਕਰਦਾ ਬਾਕੀਆਂ ਨਾਲੋਂ ਵਧੇਰੇ ਜੁੜਨ ਦੇ ਚਾਂਸਿਸ ਨੇ, ਬਾਕੀਆਂ ਨਾਲੋਂ ਜਿਹੜੇ ਆਉਂਦੇ ਹੀ ਨਹੀਂ, ਜਿਨ੍ਹਾਂ ਦੇ ਚਿੱਤ ਚੇਤੇ ਹੀ ਨਹੀਂ ਹੈ। ਹਾਂਜੀ, ਉਹ ਬਹੁਤ ਚੰਗੇ ਨਹੀਂ ਜਿਹੜੇ ਸੰਗਤ ਵਿੱਚ ਆਉਂਦੇ ਨੇ, ਸੰਗਤ ਦੇ ਦਰਸ਼ਨ ਕਰਦੇ ਨੇ। ਇੱਥੋਂ ਦੀ ਨਾ ਇੱਕ ਔਰਾ ਹੀ ਐਸਾ ਹੈ, ਮਾਹੌਲ ਹੀ ਐਸਾ ਹੁੰਦਾ ਹੈ, ਜਿੱਥੇ ਬਾਣੀ ਗਾਈ ਜਾ ਰਹੀ ਹੈ, ਸੁਣੀ ਜਾ ਰਹੀ ਹੈ, ਵਿਚਾਰੀ ਜਾ ਰਹੀ ਹੈ, ਮਾਹੌਲ ਹੀ ਐਸਾ ਹੈ। ਇੱਥੇ ਆ ਕੇ ਬੈਠਦੇ ਆ, ਨਾਲ ਹੀ ਨਾ ਅਸਰ ਹੁੰਦਾ ਮਨ ਤੇ। ਇਸ ਭਾਂਤ ਮੈਂ ਸਮਝਦਾ ਹਾਂ ਪ੍ਰਬੰਧਕ ਸੱਜਣ ਖੁਸ਼ਕਿਸਮਤ ਨੇ। ਹੁਣ ਅਗਲੀ ਗੱਲ ਤਾਂ ਨਾ, ਫਿਰ ਉਸ ਗੱਲ ਦੀ ਤਾਂ ਕੀਮਤ ਹੀ ਕੋਈ ਨਹੀਂ ਨਾ ਕਹੀ ਜਾ ਸਕਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਏ, ਇਹ ਵੀ ਸੇਵਾ ਕਰਨ ਵਾਲੇ ਨੇ ਸਾਰੇ ਭਾਈ, ਅਸਥਾਨ ਦੀ ਸੇਵਾ ਕਰਨ ਵਾਲੇ, ਪ੍ਰਬੰਧ ਕਰਨ ਵਾਲੇ, ਸ਼ਬਦ ਨਾਲ ਜੁੜ ਜਾਣ ਕਿਤੇ ਸਹੀ। ਇਸ ਤੋਂ ਅੱਗੇ ਤਾਂ ਹੋਰ ਗੱਲ ਹੀ ਕੋਈ ਨਹੀਂ ਹੈ। ਭਰਾ ਨਹੀਂ, ਮੈਂ ਦੇਖਦਾ ਸਰਦਾਰ ਹਰਚਰਨ ਸਿੰਘ ਜੀ ਗੁਲਾਟੀ ਜੀ
ਜਦੋਂ ਦਾ ਮੈਨੂੰ ਆਉਣ ਦਾ ਸਮਾਂ ਬਣਿਆ ਹੈ, ਇਹ ਸਥਾਨ ਹੋਂਦ ਵਿੱਚ ਆਇਆ, ਮੈਂ ਦੇਖ ਰਿਹਾ ਕਿਤਨਾ ਸਮਾਂ ਦਿੰਦੇ ਨੇ, ਪਿਆਰ ਨਾਲ ਸਾਰਾ ਕੁਝ ਚੜ੍ਹਨਾ, ਸਭ ਕੁਝ ਸੰਭਾਲਣਾ। ਉਹਨਾਂ ਨੂੰ ਹੀ ਪਤਾ ਹੈ ਕਿੰਨਾ ਕੁਛ ਔਖਾ ਹੁੰਦਾ, ਜਿਹੜੇ ਸੰਭਾਲਦੇ ਨੇ ਉਹਨਾਂ ਨੂੰ ਹੀ ਪਤਾ ਹੈ। ਫਿਰ ਆਪ ਬਾਣੀ ਨਾਲ ਜੁੜੇ ਰਹਿਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ। ਮੈਂ ਸਰਦਾਰ ਜੋਬਨ ਸਿੰਘ ਹੋਰਾਂ ਦੇ ਦਰਸ਼ਨ ਸ਼ਾਇਦ ਨਹੀਂ ਕੀਤੇ, ਭਾਵੇਂ ਮੈਂ ਇੰਗਲੈਂਡ ਰਹਿੰਦਾ, ਉਹ ਸਾਊਥ ਵਾਲ ਰਹਿੰਦੇ ਨੇ, ਮੈਂ ਬਾਰਕਿੰਗ ਰਹਿੰਦਾ, ਆਉਣ ਜਾਣ ਵੀ ਗੁਰੂ ਨਾਨਕ ਦਰਬਾਰ ਹੈਗਾ ਹੈ, ਦਰਸ਼ਨ ਕਰਦੇ ਨੇ। ਹੋ ਸਕਦਾ ਸੰਗਤ ਵਿੱਚ ਦਰਸ਼ਨ ਕੀਤੇ ਵੀ ਹੋਣ ਕਿਤੇ, ਪਰ ਮੇਰੇ ਕੋਈ ਧਿਆਨ ਵਿੱਚ ਹੈ ਨਹੀਂ, ਚੇਤਾ ਨਹੀਂ ਹੈ। ਮੈਂ ਤਾਂ ਇਹ ਦੇਖਦਾ ਕਿ ਇਹਨਾਂ ਦੇ ਭਾਈ, ਵੱਡੇ ਭਾਈ ਜ਼ਰੂਰ ਉਹਨਾਂ ਤੋਂ ਇਹਨਾਂ ਨੇ ਮੱਤ ਲਈ, ਸੇਧ ਲਈ। ਜੇ ਇਹ ਇਸ ਪ੍ਰਕਾਰ ਦੇ ਚੰਗੇ ਨੇ ਤੇ ਨਿਸ਼ਚੇ ਹੀ ਉਹ ਵੱਡੇ ਨੇ, ਉਹ ਇਹਨਾਂ ਨਾਲੋਂ ਵਧੇਰੇ ਚੰਗੇ ਹੋਣਗੇ। ਮੈਂ ਤਾਂ ਇਉਂ ਸੋਚਦਾ। ਫਿਰ ਇਤਨਾ ਲੰਬਾ ਸਮਾਂ ਗੁਰਦੁਆਰਾ ਸਾਹਿਬ ਦਾ ਸਕੱਤਰ ਬਣ ਕੇ ਚੱਲਣਾ। ਮੈਂ ਬਹੁਤ ਗੱਲ ਨਾ ਕਰਾਂ, ਮਤ ਸੋਚਣਾ ਕਿ ਗੱਲ ਕੇਵਲ ਸਰਦਾਰ ਹਰਚਰਨ ਸਿੰਘ ਹੋਰਾਂ ਦੀ ਹੈ ਜਾਂ ਸਰਦਾਰ ਜੋਬਨ ਸਿੰਘ ਹੋਰਾਂ ਦੀ ਹੈ। ਇਉਂ ਸਮਝਣਾ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਤਿਗੁਰਾਂ ਦੇ ਸੇਵਾਦਾਰ ਹਾਂ। ਸਾਰੇ ਸਤਿਗੁਰ ਸੇਵਾ ਪਾਏ, ਪ੍ਰਾਣ ਪੂਜਾ ਕਰੇ, ਗੁਰ ਕਰੇ ਸਿੱਖ। ਮਾਨਿਓ ਭਾਈ ਗੁਰਦਾਸ ਜੀ, ਸਰਬ ਨਿਧਾਨ ਅਗਰ ਭਾਵ ਨਿਵਲਾਵਈ, ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਏ। ਜਿਨ੍ਹਾਂ ਬੰਦਿਆਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੀ ਸਿੱਖਿਆ ਦੀਖਿਆ ਵਸੀ ਹੋਈ ਹੈ, ਦੀਕਸ਼ਤ ਕਰਨ ਦੀ ਇੱਕ ਅਵਸਥਾ ਹੈ। ਮੰਨ ਲਓ ਜਿਵੇਂ ਅਸੀਂ ਕਹਿ ਲਈਏ ਵੀ ਅੰਮ੍ਰਿਤ ਛਕਣ ਵੇਲੇ ਜੋ ਪੰਜ ਪਿਆਰਿਆਂ ਨੇ ਸਿੱਖਿਆ ਦਿੱਤੀ, ਉਹਨੂੰ ਦੀਖਿਆ ਆਖਿਆ ਜਾਂਦਾ ਹੈ। ਸਿੱਖਿਆ ਉਪਦੇਸ਼ ਜੋ ਸਧਾਰਨ ਰੂਪ ਵਿੱਚ ਸਿੱਖਿਆ ਹੈ, ਜਿਹੜੀ ਵਿਸ਼ੇਸ਼ ਤੌਰ ਤੇ ਕਮਾਂਡ ਦੇ ਰੂਪ ਵਿੱਚ ਦੀਖਿਆ ਦਿੱਤੀ ਗਈ, ਦੀਖਿਤ ਕੀਤਾ ਗਿਆ। ਕਹਿੰਦੇ ਨੇ ਸੁਣਦੇ ਸਾਰੇ ਹੀ ਨੇ, ਚੱਲਦੇ ਸਾਰੇ ਹੀ ਨੇ, ਪਰ ਜੇ ਹਿਰਦੇ ਵਿੱਚ ਜਿਨ੍ਹਾਂ ਦੇ ਵਸ ਜਾਏ ਨਾ, ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ, ਤਾਂ ਕਿ ਸੀਖ ਸੁਣਤ ਪਰਮ ਪਦ ਪਾਵੇ। ਇਸ ਤੋਂ ਅੱਗੇ ਤਾਂ ਫਿਰ ਹੋਰ ਕੁਛ ਰਹਿ ਨਹੀਂ ਜਾਂਦਾ। ਹਾਂਜੀ, ਕੀ ਰਹਿ ਜਾਂਦਾ ਹੋਰ? ਅਸੀਂ ਗ੍ਰਸਤੀ ਹਾਂ ਸਾਰੇ, ਗ੍ਰਸਤ ਵੀ ਚਲਾਉਣਾ ਹੈ, ਗ੍ਰਸਤ ਵੀ ਤੋਰਨਾ ਹੁੰਦਾ ਹੈ। ਕਾਰੋਬਾਰ, ਘਰ ਕਾਰ ਵਿਹਾਰ ਸਾਰਾ ਕੁਝ ਕਰਨਾ ਹੁੰਦਾ ਹੈ। ਠਾਠਾ ਬਾਗਾ ਬਣਾ ਕੇ ਚੱਲਣਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ ਲੋਗੋਂ ਸੇ ਮੇਰਾ ਠਾਠਾ ਬਾਗਾ ਹੈ ਨਾ, ਹੁੰਦਾ ਹੀ ਹੈ, ਕਰਨਾ ਹੀ ਹੁੰਦਾ ਹੈ। ਪਰ ਇਸ ਠਾਠੇ ਬਾਗੇ ਨੂੰ ਸਾਰੇ ਨੂੰ ਲੈ ਕੇ ਬੰਦਾ ਫਿਰ ਸ਼ਬਦ ਦੇ ਨਾਲ ਜੁੜਿਆ ਰਹੇ, ਬਾਣੀ ਦੇ ਨਾਲ ਜੁੜਿਆ ਰਹੇ, ਸੇਵਾ ਦੇ ਨਾਲ ਜੁੜਿਆ ਰਹੇ। ਮੈਨੂੰ ਸਤਿਗੁਰਾਂ ਦਾ ਇਹ ਬਚਨ ਚੇਤੇ ਆਇਆ, ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ। ਵਾਹਿ ਅਦਰਵਾਈਜ਼ ਕਹਾ ਵਿਸਾਸਾ ਦੇਹ ਕਾ ਬਿਰਮ न ਕਰੋ ਮੀਤ, ਨਾ ਬਾਰਕ ਨਾ ਜੁਬਨੇ ਨਾ ਬਰਦੀ ਕਾ ਛਮੰਤ। ਹੈ ਕੋਈ ਠੀਕ ਹੈ, ਇਹਨਾਂ ਦੀ ਅਵਸਥਾ ਜਿਹੜੀ ਸੀ ਆਰਬੜਾ ਜਿਹੜੀ ਸੀ 77-78 ਸਾਲ ਦੇ ਹੋ ਗਏ, ਪਰ ਕੀ ਨਿਸ਼ਚਿਤ ਹੈ ਕੁਛ? ਕੋਈ 78ਵੇਂ ਸਾਲ ਤੇ ਪਹੁੰਚੇਗਾ? ਕੋਈ ਨਿਸ਼ਚਿਤ ਹੈ? ਪੰਜਾਬ ਵਿੱਚ ਵਾਢੀਆਂ ਹੋ ਰਹੀਆਂ ਨੇ, ਤੁਸੀਂ ਅਸੀਂ ਸਾਰੇ ਦੇਖਦੇ ਹੋਵਾਂਗੇ ਜ਼ਰੂਰ। ਕੰਬਾਈਨਾਂ ਦੇ ਰਾਹੀਂ ਹੁਣ ਵਾਢੀਆਂ ਕੀਤੀਆਂ ਜਾਂਦੀਆਂ, ਮਸ਼ੀਨਾਂ ਰਾਹੀਂ। ਕਿਉਂ ਕਰਨਾ? ਪਹਿਲਾਂ ਲਾਵੇ ਲਾਏ ਜਾਂਦੇ ਸਨ, ਦਾਤੀਆਂ ਫੜ ਕੇ ਆ ਜਾਂਦੇ ਸਨ, ਵੱਢਦੇ ਕੱਟਦੇ ਹੁੰਦੇ ਸਨ ਸਾਰਾ ਕੁਛ। ਪਰ ਕੀ ਹੁਣ ਹੀ ਵੱਢਿਆ ਜਾ ਸਕਦਾ ਹੈ? ਕਣਕ ਹੁਣ ਹੀ ਵੱਢੀ ਜਾ ਸਕਦੀ ਹੈ ਕਿ ਜਦੋਂ ਮਾਲਕ ਦਾ ਹੁਕਮ ਹੋਵੇ ਉਦੋਂ ਹੀ ਵੱਢੀ ਜਾ ਸਕਦੀ ਹੈ? ਭਾਵੇਂ ਨਿਸਰੀ ਹੋਈ ਵੱਢ ਲਈ ਜਾਵੇ, ਡੱਡਰੀ ਵੱਢ ਲਈ ਜਾਵੇ, ਹਾਂਜੀ, ਚੱਪਾ ਚੱਪਾ ਜਿਸ ਵੇਲੇ ਗਿੱਠ ਗਿੱਠ ਜਦੋਂ ਕਣਕ ਹੋਈ ਹੁੰਦੀ ਹੈ, ਐਡੀ ਸੋਹਣੀ ਲੱਗਦੀ ਹੈ ਨਾ ਖੇਤਾਂ ਦੇ ਵਿੱਚ, ਇੰਨੀ ਸੋਹਣੀ ਲੱਗਦੀ ਹੈ। ਪਰ ਮਾਲਕ ਦਾ ਹੁਕਮ ਹੈ ਵੱਢ ਦਿਓ, ਡੰਗਰ ਛੱਡ ਦਿਓ, ਸਾਰੇ ਚਰਿਆ ਗਿਆ, ਚਰੀ ਗਈ ਸਾਰੀ। ਮਾਲਕ ਦਾ ਹੁਕਮ ਨਹੀਂ ਵਾਹਿਗੁਰੂ ਜੀ ਦਾ, ਇਹ ਹੁਕਮ ਹੈ। ਅਚਾਨਕ ਨਾ ਮੈਨੂੰ ਇੱਕ ਘਟਨਾ याद आई, साफी याद आई, साफी कह लो, इतिहास को बात है।
सतगुरु नाम महाराज मुल्तान गए, गुरु नानक साहब बिल्कुल इं कहा जाता कि इन्हों की ये मुल्तान फेरी लास्ट वन सी, लास्ट वन। जो मुड़ के आए नहीं तो जुलाई का महीना चढ़ चुका सी, 1539 का साल। थोड़ा चिर ही होर बीते, दीवान सजिया होया करतारपुर की बात। तो गुरु नानक साहब सिख नूं कहन लगे बाहर जाओ जे, तो बाहर जाके देखियो जे इधर किते खब्बे सज्जे ना एक सज्जन मुल्तान तो आया है, तुसीं पछाण लोगे। उन्होंने अंदर गए। हुण जिहड़ा सेवादार है लगातार उत्थे टिके रहने वाला, सेवा करने वाला, उन्हें पता होता है कि बाहरों कौन कौन आया तो रोज़ाना आने वाले किहड़े किहड़े ने। फौरन पछाण लिया गया, तुसीं मुल्तान तो आए हो जी, आज तुहानूं गुरु बाबा जी ने याद किया, आ गया मत्था टेकिया, बैठ रहा सी। सतगुरु कहण लगे की लैके आए हो, लिया। उठिया, उठ के ते जेब दे विचों ने चिट्ठी कढ़ के नाले तो अगे रखी ते नाले मुआफ़ी मंगी। कहता मैं इस गुस्ताखी लिए खिमा मंगदा तुहाडे कोलों बाबा जी। मखदूम बहाउद्दीन साहब ने मैनूं आखिया सी, जदों साडा ना मन नहीं टिकदा सी, साडे मन नूं टिकाउण वास्ते उन्होंने आखिया सी तुसीं सीधे अंदर नहीं जाना, दरबार विच नहीं जाना। वेखिया जे तां मेरा यार पूरा यार है ना, तुहानूं तसल्ली दिवाउण वास्ते मैं कह रहा, जे पूरा यार है ना तुहानूं बाहर बैठे नूं सद्देगा, फिर जाओ। कहंदे असीं ना उन्हां दे हुक्म दे बद्दा मैं बाहर बैठा होया सा, मैं गुस्ताखी कीती है, तुहाडी किरपा एहो चिट्ठी लैके आया। सतगुरां ने पढ़ी, पढ़ाई कोल बैठे सन बाबा लैणा जी अंगद जी। महाराज कहने लगे अंगदा पढ़ हाँ चिट्ठी। पुरखा चिट्ठी पढ़ी, चिट्ठी में की लिखिया होया सी, उन्होंने लंबी गल है, समय को ध्यान च रखते मैं संकोच दें। बहाउद्दीन साहब ने जदों सतगुरु महाराज मुल्तान जाके मिले ना, तो उसने आखिया बाबा जी मेरी एक इच्छा है कि जदों ना मेरा जान का समा होए, हाँ जदों तुसी जाओ ना मैनू अपने नाल लैके जाया जे। सतगुरु कहन के करतार जानदा ते चिट्ठी में उन्हें लिखिया, कहते मैं तो आखिया सी कि तुसी जाओगे तो मैनू लै जाओ जे, तो बाबा जी मैनू पता लगा भी समा मेरा आ गया है तो मैं कल्ला जावां। देखना रूहानियत की बात कुछ ना वखरी थां रखती अपनी, मैं कल्ला जावां, कृपा करो। गुरु साहब कहने लगे उसनों आए तुसीं अज ठहरो, सवेरे तुहाडे नाल वचन करांगे, सवेरे चले जाए। सवेर हुई ना, आसा की वार हुई, आसा की वार तो बाद गुरु साहब ने आख्या बाबी शब्द सुनाओ। धन जोबन अग फुलड़ा नठी अड़े दिन चार, पवन केरे पत ज्यों ढाड़ टुड़ जुम्मन हार, रंग मान लै प्यारिया जा जोबन न हुला, दिन थोड़े थके पया पुराना चोड़ा, सज्जन मेरे रंगले जाए सुते जीरान, हम भी वंजा डुमणी रोवां चीनी पान। कुछ सज्जन तो इं भी आखते हैं कि गुरु नानक साहब ने यह शब्द आख्या ही उदों है, उचारण ही उदों किया है। रबाबी ने रबाब छेड़ी तो गुरुदेव ने शब्द गाया, आख्या सज्जन मेरे रंगले जाए सुते जीरान, हम भी वंजा डुमणी रोवां चीनी पान। शब्द होया तो साखीकार कहते हैं वाह, गुरुदेव ने ना लैना जी ने आखे शब्द नोट करते हुए नहीं, शब्द नोट करता चिट्ठी ते नाल ये लिख दिता, तो उन्होंने कहन लगे जबानी भी जाके तुसी कह दिओ जे कि तुसी चलो, असी 40 कुछ दिनों तक तुहाडे तक पहुँच जाएंगे। चिट्ठी लैके वापस पहुँचा मुल्तान। अपनी दरगाह बड़ी तकड़ी मानता, अज भी बड़ी तकड़ी मानता है। मैं
ਵਿਸਥਾਰ ਨਹੀਂ ਕੀਤਾ, ਸੰਖੇਪਤਾ ਨਾਲ ਮੈਂ ਬਚਨ ਕਰ ਰਿਹਾ ਤੁਹਾਡੇ ਨਾਲ। ਐਨ ਜਿਹਨੂੰ ਅਸੀਂ ਦਰਬਾਰ ਆਖਦੇ ਹਾਂ, ਉਹਨਾਂ ਦੀ ਦਰਬਾਰ ਭਰਿਆ ਹੋਇਆ, ਸਾਰਿਆਂ ਦੇ ਵਿੱਚ ਬੈਠੇ ਹੋਏ। ਚਿੱਠੀ ਲੈ ਕੇ ਆਓ, ਲਿਆਂਦੀ, ਅੱਗੇ ਰੱਖੀ, ਪੜ੍ਹੀ। ਪੜ੍ਹਦਿਆਂ ਨਾ ਜ਼ਾਰੋ ਜ਼ਾਰ ਰੋਣ ਲੱਗ ਪਏ, ਜ਼ਾਰੋ ਜ਼ਾਰ। ਪਤਾ ਸਾਰਿਆਂ ਵਿੱਚ ਆਖਿਆ ਕੀ? ਕਹਿੰਦੇ ਨੇ, ਯਾਰੋ ਮੈਂ ਆਖਿਆ ਸੀ ਬਈ ਮੇਰੇ ਜਾਣ ਦਾ ਸਮਾਂ ਆ ਗਿਆ, ਹੁਣ ਤੁਸੀਂ ਮੇਰੇ ਨਾਲ ਆਓ, ਮੈਂ ਇਕੱਲਾ ਕਿਉਂ ਜਾਵਾਂਗਾ। ਲੇਕਿਨ ਨਾਨਕ ਯਾਰ ਆਖਦਾ ਹੈ ਤੁਸੀਂ ਚੱਲੋ, 40 ਕੁ ਦਿਨਾਂ ਬਾਅਦ ਅਸੀਂ ਆਵਾਂਗੇ। ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਰਾਹਾਂ ਤੋਂ ਮੈਂ ਲੰਘਾਂਗਾ, ਜਿੱਥੇ ਜਾ ਕੇ ਮੈਂ ਰਹਾਂਗਾ, ਨਾਨਕ ਤੋਂ ਬਿਨਾਂ ਮੈਂ ਹਨੇਰੇ ਵਿੱਚ ਹੀ ਰਹਾਂਗਾ। ਖੈਰ ਸਤਿਗੁਰੂ ਮਹਾਰਾਜ ਇਹ ਸਾਰਿਆਂ ਵਿੱਚ ਬਚਨ ਹੋ ਗਿਆ ਸੀ, ਸਮਾਂ ਆਉਣ ਤੇ ਚਲੇ ਗਏ। ਪੀਰ ਵੀ ਚਲਾ ਗਿਆ, ਚਲਾਣਾ ਕਰ ਗਿਆ। ਕੁਝ ਸਾਖੀ ਕਾਰਨ ਥੋੜ੍ਹੇ ਜਿਹੇ ਨਾ ਡਿਫਰੈਂਟ ਢੰਗ ਦੇ ਨਾਲ ਵੀ ਇਹ ਵਿਥਿਆ ਕੀਤੀ ਹੋਈ ਹੈ। ਮੈਂ ਕੀ ਬਚਨ ਕਰਨ ਲੱਗਾ ਸਾਂ? ਬੜੀ ਮਾਨਤਾ, ਬੜਾ ਸਨਮਾਨ ਉਹਨਾਂ ਲੋਕਾਂ ਦਾ, ਬਹੁਤ ਮਾਨ ਤੇ ਸਨਮਾਨ। ਲੇਕਿਨ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਸ ਵੇਲੇ ਗਏ ਨੇ, ਜਿਹੜੀ ਛੋਹ ਦਿੱਤੀ ਨਾ ਉਹਨਾਂ ਨੂੰ, ਛੋਹ, ਸ਼ਬਦ ਦੀ ਛੋਹ, ਸ਼ਬਦ ਦੀ ਛੋਹ ਨੇ ਐਸੇ ਐਸੇ ਵੱਡੇ ਵਿਅਕਤੀਆਂ ਨੂੰ ਕਰਤਾਰ ਨਾਲ ਇਉਂ ਜੋੜਿਆ ਕਿ ਉਹ ਇਹਦੀ ਇੱਛਾ ਰੱਖਦੇ ਨੇ ਕਿ ਜਦੋਂ ਅਸੀਂ ਜਾਈਏ, ਬਾਬਾ ਜੀ ਤੁਸੀਂ ਸਾਡੇ ਨਾਲ ਹੋ। ਹੁਣ ਉਹ ਤਾਂ ਇਵੇਂ ਸੋਚ ਸਕਦੇ ਨੇ, ਗੁਰੂ ਕੇ ਸਿੱਖ ਕਿਵੇਂ ਸੋਚ। ਹੁਣ ਉਹ ਗੱਲ ਛੋਟੀ ਜਿਹੀ ਚੇਤੇ 'ਚ ਲੈ ਆਉਣੀ, ਤਾਂ ਸਾਰੀ ਸਮਾਪਤੀ ਆਪਾਂ ਕਰ ਦਿੰਦੇ ਹਾਂ। ਜਿਹੜੀ 6ਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਗੋਪਾਲ ਜੀ ਹੋਰਾਂ ਨੇ ਆਖੀ ਸੀ, ਉਹਨੂੰ ਬ੍ਰਾਹਮਣ ਦੀ ਕਥਾ ਸੁਣ ਕੇ, ਵੀ ਜੇ ਸ੍ਰੀ ਗੁਰ ਕਰੁਣਾ ਫੜ ਪੈ ਹੁਣ ਨਿਮਖ ਨਾ ਲਾਗੈ ਤਾਹੀਂ ਪਹੁੰਚਾਇਆ। ਜੇ ਗੁਰੂ ਸਾਹਿਬ ਕਿਰਪਾ ਕਰ ਦੇਣ, ਛਿਨ ਵੀ ਨਾ ਲੱਗੇ, ਮੈਂ ਉੱਥੇ ਪਹੁੰਚ ਜਾਵਾਂਗਾ। ਤੇ ਵਿਆਖਿਆ ਕੀਤੀ ਮਾਨਯੋਗ ਭਾਈ ਸਾਹਿਬ ਗੁਰਦਾਸ ਜੀ ਹੋਰਾਂ ਨੇ, ਪੰਡਤ ਜੀ ਹੋਰਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਪਰੇਸ਼ਾਨ ਨਾ ਹੋ, ਜਿਹੜਾ ਕੁਝ ਸਿੱਖ ਨੇ ਆਖਿਆ ਏ। ਕਹਿੰਦੇ ਨੇ ਜਿਹੜਾ ਸਿੱਖ ਜਿਉਂਦੇ ਜੀ ਗੁਰੂ ਚਰਨਾਂ ਵਿੱਚ ਰਿਹਾ, ਜਿਉਂਦੇ ਜੀ ਗੁਰੂ ਨਾਲ ਜੁੜਿਆ ਰਿਹਾ, ਸਵਾਸ ਪੂਰੇ ਹੋਣ ਤੋਂ ਬਾਅਦ ਉਹਨੇ ਕਿੱਥੇ ਜਾਣਾ? ਹਾਂਜੀ, ਵਿਥ ਵਾਲੇ ਨੂੰ ਫਿਕਰ ਹੈ ਨਾ, ਤੇ ਜਿਹੜਾ ਪਹਿਲਾਂ ਹੀ ਅਭੇਦ ਹੋਇਆ ਹੋਇਆ। ਬਸ ਸਤਿਗੁਰੂ ਮਹਾਰਾਜ ਨੇ ਇਸ ਪ੍ਰਕਾਰ ਦਾ ਨਾ ਮੈਨੂੰ ਪ੍ਰੇਰਨਾ ਦਿੱਤੀ। ਮੈਂ ਤੁਹਾਡੇ ਨਾਲ ਬਚਨ ਸਾਂਝੇ ਕੀਤੇ ਨੇ। ਦਰਸ਼ਨ ਮੈਂ ਉਹਨਾਂ ਦੇ ਨਹੀਂ ਕੀਤੇ ਹੋਏ, ਸਰਦਾਰ ਜੋਬਨ ਸਿੰਘ ਹੋਰਾਂ ਦੇ, ਮੈਂ ਇਹਨਾਂ ਭਰਾਵਾਂ ਦੇ ਵਿੱਚੋਂ ਹੀ ਉਹਨਾਂ ਦੇ ਦਰਸ਼ਨ ਕਰਦਾ ਹਾਂ। ਪਰਿਵਾਰ ਸਾਰਾ, ਬੀਬੀ ਰਵਿੰਦਰ ਕੌਰ, ਅਗਾਂ ਪੁੱਤਰ, ਨੂੰਹਾਂ, ਸਾਰਾ ਪਰਿਵਾਰ ਜਿਸ ਢੰਗ ਦੇ ਨਾਲ ਗੁਰੂ ਪਿਆਰ ਵਿੱਚ ਸੇਵਾ ਕਰਦੇ ਨੇ, ਚੱਲਦੇ ਨੇ, ਮੈਂ ਨਿਸ਼ਚੈ ਹੀ ਪ੍ਰਤੀਤ ਕਰਦਾ ਉਹ ਵੀ ਇਸੇ ਤਰ੍ਹਾਂ ਹੀ ਪਿਆਰ ਵਾਲੇ ਹੋਣਗੇ, ਸੇਵਾ ਕਰਨ ਵਾਲੇ ਹੋਣਗੇ। ਔਰ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਦਾ ਇਤਫਾਕ ਪ੍ਰਾਪਤ ਹੋ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ, ਮੇਰੀ ਦ੍ਰਿਸ਼ਟੀ ਦੇ ਵਿੱਚ ਬਹੁਤ ਖੁਸ਼ਕਿਸਮਤ ਹੈ, ਬਹੁਤ ਖੁਸ਼ਕਿਸਮਤ ਹੈ। ਜੇ ਆਪ ਸਮਰਪਿਤ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨਾ, ਉਹਨਾਂ ਵਰਗਾ ਕੋਈ ਖੁਸ਼ਕਿਸਮਤ ਹੀ ਨਹੀਂ ਹੈ। ਚਾਹੁੰਦਿਆਂ ਹੋਇਆਂ, ਨਾ ਚਾਹੁੰਦਿਆਂ ਹੋਇਆਂ ਵੀ, ਮਜਬੂਰੀ ਦੇ ਵਿੱਚ, ਗ੍ਰਸਤ ਵਿੱਚੋਂ ਲੰਘਦਿਆਂ ਹੋਇਆਂ, ਹਰ ਵੇਲੇ ਨਾ ਹੋਰ ਕੋਈ ਆਵੇ ਨਾ ਆਵੇ, ਹੋਰ ਕੋਈ ਹੋਵੇ ਨਾ ਹੋਵੇ, ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖੜੋਤੇ ਹੋਏ ਹੁੰਦੇ ਹਾਂ। ਬਹੁਤ ਖੁਸ਼ਕਿਸਮਤੀ ਹੈ। ਗੁਰਦੇਵ ਕਿਰਪਾ ਕਰ, ਉਹਨਾਂ ਦੀ ਜੀਵਨ ਯਾਤਰਾ ਸਫਲ ਹੋਵੇ। ਪਰਿਵਾਰ, ਉਹਨਾਂ ਦੇ ਬੱਚੇ ਇੱਥੇ ਅਤੇ ਉੱਥੇ ਸਭ ਥਾਵਾਂ 'ਤੇ ਮਾਲਕ ਵਾਹਿਗੁਰੂ ਸਭਨਾਂ ਦੇ ਪਰਦੇ ਢੱਕਣ, ਸਾਨੂੰ ਸੋਹਣਾ ਬਣ ਕੇ, ਚੰਗਾ ਬਣ ਕੇ ਜਿਉਣ ਦਾ ਉਦਮ ਬਖਸ਼ਣ, ਪ੍ਰੇਰਨਾ ਬਖਸ਼ਣ, ਬਲ ਬਖਸ਼ਣ। ਮੇਰੀ ਹਮਦਰਦੀ ਸਾਰੇ ਪਰਿਵਾਰ ਦੇ ਨਾਲ, ਜਿਤਨੇ ਵੀ ਤੁਸੀਂ ਜੁੜੇ ਹੋ, ਮੈਂ ਆਪਣੇ ਵੱਲੋਂ ਹਮਦਰਦੀ ਵੇਦਨਾ ਪ੍ਰਗਟ ਕਰਤਾ। ਕਰਤਾਰ ਕਿਰਪਾ ਕਰੇ, ਦੇਹੋ ਸੱਜਣੇ ਅਸੀਸੜੀਆਂ। ਹਾਂਜੀ, ਜੇ ਹੋਵੇ ਸਹਿਬ ਸਿੰਘ ਭੁਗੋ ਨਾਨਕ ਅਰਦਾਸ, ਪੇਸ਼ ਦਰਵੇਸ਼ ਬੰਦਾ। ਜੁੜੋ ਸਾਰੇ ਰਲ ਕੇ ਇਹਨਾਂ ਦਰਵੇਸ਼ ਬੰਦਿਆਂ ਦੇ ਸਾਹਮਣੇ ਅਰਦਾਸ ਕਰੋ, ਹੇ ਵਾਹਿਗੁਰੂ ਜੀ ਸਾਨੂੰ ਮਿਲਾ ਲਓ, ਸਾਨੂੰ ਮਿਲਾ ਲਓ,
सानू मिला दो। वाहिगुरू जी का खालसा, वाहिगुरू जी की फतेह।